ਕੱਲ ਤੱਕ ਆਪਾਂ ਇਹ ਵਿਚਾਰਿਆ ਸੀ ਜਦੋਂ ਭਾਈ ਗੁਰਦਾਸ ਜੀ ਦੀ ਪੌੜੀ ਦਾ ਪਾਠ ਕਰ ਰਹੇ ਸਾਂ, ਭਗਤ ਭਗਤ ਜਗ ਵੱਜਿਆ, ਚਹੋਂ ਚੱਕਾਂ ਵਿੱਚ ਚਮਰੇਟਾ। ਥੋੜਾ ਜਿਹਾ ਬਾਣੀ ਤੋਂ ਬੇਨਤੀ ਕਰਨੀ ਆ, ਫਿਰ ਅਸੀਂ ਇਤਿਹਾਸ ਵੱਲ ਆਣਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਨਾ ਬਸੰਤ ਰਾਗ ਦੇ ਅੰਦਰ ਇੱਕ ਬਚਨ ਹੈ, ਉਹਦੀਆਂ ਅਖੀਰਲੀਆਂ 4 ਤੁਕਾਂ ਨੇ। ਸਤਿਗੁਰੂ ਜੀ ਇੰਨੀ ਵਡਿਆਈ ਕਰਦੇ ਨੇ। ਵੇਖੋ, ਇੱਕ ਪਾਸੇ ਹੈ ਮਨੋ ਸਿਮਰਤੀ ਦੀ ਵਿਚਾਰਧਾਰਾ, ਇੱਕ ਪਾਸੇ ਹੈ ਜਾਤ ਅਭਿਮਾਨੀ, ਉਹ ਪੰਡਿਤ ਵਿਦਵਾਨ ਪੁਚਾਰੀ ਬਾਤ ਧਰਮ ਦੇ ਠੇਕੇਦਾਰ ਬ੍ਰਾਹਮਣ, ਜਿਹੜੇ ਨੀਵੀਆਂ ਜਾਤਾਂ ਨੂੰ, ਦਲਿਤ ਪਰਿਵਾਰਾਂ ਨੂੰ ਸ਼ੂਦਰ ਕਹਿ ਕੇ ਤੇ ਉਹਨਾਂ ਦੇ ਕਹਿ ਲਓ ਕਿ ਇਨਸਾਨੀਅਤ ਹਰ ਪ੍ਰਕਾਰ ਦੇ ਹੱਕ ਖੋਹਦੇ ਆ। ਸਮਾਜ ਵਿੱਚ ਉਹਨਾਂ ਨੂੰ ਦੁਰਕਾਰਿਆ ਜਾਂਦਾ, ਧਰਮ ਵਿੱਚ ਦੁਰਕਾਰਿਆ ਜਾਂਦਾ, ਤੇ ਉਹ ਹਰ ਪ੍ਰਕਾਰ ਦੇ ਵਿਵਹਾਰ ਦੇ ਵਿੱਚ ਵੀ ਦੁਰਕਾਰੇ ਜਾਂਦੇ ਆ। ਗੁਰੂ ਨਾਨਕ ਦੇਵ ਮਹਾਰਾਜ ਜੀ ਇਸੇ ਸੰਸਾਰ ਦੇ ਉੱਤੇ ਆ ਕੇ ਇੱਕ ਆਵਾਜ਼ ਨੂੰ ਬੁਲੰਦ ਕਰਦੇ ਆ ਕਿ ਨੀਚਾਂ ਅੰਦਰ ਨੀਚ, ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼। ਹੁਣ ਇਹ ਗੁਰੂ ਨਾਨਕ ਦੇਵ ਮਹਾਰਾਜ ਕੇਵਲ ਕਹਿ ਨਹੀਂ ਰਹੇ, ਗੁਰੂ ਸਾਹਿਬ ਨੇ ਇਹਨੂੰ ਕਰਕੇ ਦੱਸਿਆ, ਗੱਲ ਵਕੜੀ ਨਾਲ ਲਾ ਕੇ ਦੱਸਿਆ ਉਹਨਾਂ ਮਹਾਂਪੁਰਖਾਂ ਨੂੰ। ਮਹਾਰਾਜ ਦਾ ਇੱਕ ਬਚਨ ਹੈ ਜੀ, ਗੁਰੂ ਸਾਹਿਬ ਕਹਿੰਦੇ, ਨਾਨਕ ਵਿਚਾਰਾ ਕਿਆ ਕਹੈ, ਸਭ ਲੋਕ ਸਲਾਹ ਹੈ ਏਕ ਸੈ। ਸਤਿਗੁਰੂ ਗੁਰੂ ਨਾਨਕ ਜੀ ਕਹਿੰਦੇ, ਮੈਂ ਕੀ ਉਪਮਾ ਕਰ ਸਕਦਾ ਆਪਣੀ ਜਿਹਬਾ ਨਾਲ ਤੇਰੀ ਪਰਮਾਤਮਾ ਤੇ ਉਹਨਾਂ ਦੀ ਜੋ ਤੈਨੂੰ ਧਿਆਉਂਦੇ ਆ, ਕਿਉਂਕਿ ਤੈਨੂੰ ਧਿਆਉਣ ਵਾਲੇ ਬੇਅੰਤ ਲੋਕ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸਭ ਲੋਕ ਸਲਾਹ ਏਕ ਸੈ, ਇਹਦੇ ਅਰਥ ਨੇ ਲੋਕ ਤੈਨੂੰ ਧਿਆਉਂਦੇ ਆ। ਇੱਕ ਕਮਾਲ ਕੀਤੀ ਗੁਰੂ ਸਾਹਿਬ ਨੇ ਇਹਨਾਂ 2 ਤੁਕਾਂ ਦੇ ਅੰਦਰ। ਮਹਾਰਾਜ ਕਹਿੰਦੇ, ਸਿਰ ਨਾਨਕ ਲੋਕਾਂ ਪਾਵ ਹੈ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਇਹ ਤੁਕਾਂ ਨੂੰ ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ, ਮੇਰਾ ਸਿਰ ਉਹਨਾਂ ਦੇ ਪੈਰਾਂ ਤੇ ਹਮੇਸ਼ਾ ਰਹਿੰਦਾ ਜਿਹੜੇ ਤੈਨੂੰ ਧਿਆਉਂਦੇ ਆ। ਇਹ ਨਹੀਂ ਮੈਟਰ ਕਰਦਾ ਕਿ ਉਹ ਕਿਹੜੀ ਜਾਤ ਤੇ ਕਿੱਥੇ ਜੰਮਿਆ, ਬਸ ਤੈਨੂੰ ਧਿਆਉਣ ਵਾਲਿਆਂ ਦੇ ਅੱਗੇ ਗੁਰੂ ਨਾਨਕ ਹਮੇਸ਼ਾ ਸਿਜਦੇ ਕਰਦਾ ਰਹਿੰਦਾ। ਵੇਖੋ ਗੁਰੂ ਸਾਹਿਬ ਜੀ ਫਿਰ ਇੱਕ ਹੋਰ ਕਿਰਪਾ ਕੀਤੀ। ਮਹਾਰਾਜ ਕਹਿੰਦੇ, ਤੇਰੇ ਜਿੰਨੇ ਵੀ ਨਾਮ ਨੇ, ਭਾਵੇਂ ਤੈਨੂੰ ਕੋਈ ਰਾਮ ਕਹਿੰਦਾ, ਗੋਪਾਲ ਕਹਿੰਦਾ, ਅੱਲਾ ਕਹਿੰਦਾ, ਖੁਦਾ ਕਹਿੰਦਾ, ਸੋਹੰ ਕਹਿੰਦਾ, ਵਾਹਿਗੁਰੂ ਕਹਿੰਦਾ, ਤੈਨੂੰ ਧਿਆ ਕੇ ਜਦੋਂ ਤੇਰਾ ਨਾਮ ਕੋਈ ਜਪੇ, ਉਹਨਾਂ ਨਾਵਾਂ ਤੋਂ ਵੀ ਗੁਰੂ ਨਾਨਕ ਸੱਦ ਕੇ ਜਾਂਦਾ, ਮੈਨੂੰ ਹੇਠ ਨਹੀਂ ਕਿਸੇ ਨਾਲ। ਤਾਂ ਹੀ ਤਾਂ ਅੱਜ ਮੰਦਿਰਾਂ 'ਚ ਜਾ ਕੇ ਅੱਲਾ ਨਹੀਂ ਕਹਿ ਸਕਦੇ, ਅੱਜ ਮਸਜਿਦ 'ਚ ਜਾ ਕੇ ਰਾਮ ਦੀ ਧੁਨੀ ਨਹੀਂ, ਪਰ ਇਹ ਗੁਰੂ ਨਾਨਕ ਦਾ ਦਰਬਾਰ ਹੈ ਜਿੱਥੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਈ ਵੀ ਕਹਿੰਦੇ ਆ ਤੇ ਜਾਂ ਕਹਿੰਦੇ ਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇਹ ਇੱਥੇ ਕਿਸੇ ਵੀ ਪ੍ਰਕਾਰ ਦਾ ਨਹੀਂ। ਮਹਾਰਾਜ ਨੇ ਨਹੀਂ ਕਿਹਾ ਕਿ ਜੇ ਮੇਰੀ ਦੁਕਾਨ ਤੋਂ ਤੁਹਾਨੂੰ ਸੌਦਾ ਨਹੀਂ ਮਿਲਦਾ ਤੇ ਤੁਸੀਂ ਦੂਜੇ ਦੁਕਾਨ ਤੇ ਜਾਇਓ ਹੀ ਨਾ, ਬਿਲਕੁਲ ਨਹੀਂ। ਮਹਾਰਾਜ ਕਹਿੰਦੇ, ਇੱਥੇ ਤਾਂ ਇੱਕ ਆਵਾਜ਼ ਦਿੱਤੀ ਜਾਂਦੀ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਅੱਗੇ ਬਚਨ ਪੜਿਓ, ਜਿਤ ਦੁਆਰਾ ਉਭਰੈ। ਇਹ ਕੰਡੀਸ਼ਨ ਨਹੀਂ ਰੱਖੀ ਜਿਵੇਂ ਅੱਜ ਲੋਕ ਰੱਖਦੇ ਨਾ ਕਿ ਸਾਡੇ ਆਓ ਧਾਰਮਿਕ ਸਥਾਨਾਂ ਦੇ ਤੁਹਾਡੇ ਦੁੱਖ ਕੱਟ ਦਿਆਂਗੇ, ਸਾਡੇ ਕੋਲ ਆਓ ਤੁਹਾਨੂੰ ਸਵਰਗਾਂ 'ਚ ਥਾਂ ਮਿਲ ਜੂਗੀ। ਮਹਾਰਾਜ ਕਹਿੰਦੇ, ਜਿਤ ਦੁਆਰਾ ਉਭਰੈ। ਕਿਸੇ ਵੀ ਦੁਆਰੇ ਤੇ ਜਾ ਕੇ ਜੇ ਕਿਸੇ ਦਾ ਭਲਾ ਹੁੰਦਾ, ਮਹਾਰਾਜ ਕਹਿੰਦੇ, ਮੈਨੂੰ ਕੋਈ ਗਿਲਾ ਨਹੀਂ, ਹਾਂ ਕੋਈ ਧਰਮੀ ਬਣ ਕੇ ਬਸ ਤੇਰੇ ਤੱਕ ਪਹੁੰਚ ਜ਼ਰੂਰ ਕਰ ਲੇ। ਗੁਰੂ ਸਾਹਿਬ ਕਹਿੰਦੇ, ਜਿਤ ਦੁਆਰਾ ਉਭਰੈ ਤਿਤੈ ਲਿਹੋ ਉਬਾਰ। ਸਤਿਗੁਰੂ ਦੀ ਬਾਣੀ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਨੇ ਬੜੀ ਰਹਿਮਤ ਕੀਤੀ ਜੀ। ਗੁਰੂ ਸਾਹਿਬ ਦਾ ਇੱਕ ਬਚਨ ਹੈ, ਸੰਗਤ ਜੀ ਧਿਆਨ ਨਾਲ ਸੁਣਿਓ, ਕਿਉਂਕਿ ਦੇਖੋ ਜਿੰਨਾ ਮੈਨੂੰ ਆਨੰਦ ਗੁਰੂ ਘਰ ਕਥਾ ਕਰਕੇ ਆਂਦਾ ਉਹਨਾਂ ਘਰਾਂ 'ਚ ਪ੍ਰੋਗਰਾਮਾਂ 'ਚ, ਕਿਉਂਕਿ ਇਕਾਗਰਤਾ ਨਹੀਂ ਇੰਨੀ ਬਣਦੀ, ਦੂਜਾ ਸਮਾਂ ਥੋੜ੍ਹਾ ਹੁੰਦਾ। ਪਿਛਲੇ ਦਿਨੀ ਪ੍ਰੋਗਰਾਮ 'ਚ ਸਾਡੇ 4 ਘੰਟੇ ਸੀ ਸਾਡੇ ਕੋਲ, 9 ਵਜੇ ਤੋਂ ਲੈ ਕੇ 1 ਵਜੇ ਤੱਕ। ਫਿਰ ਵੀ ਉਹ ਕਹਿ ਲਓ ਕਿ ਜੀਵਨ ਨੂੰ ਨਹੀਂ ਸੁਣਾਇਆ ਗਿਆ ਕਿਉਂਕਿ ਸ਼ਬਦਾਂ ਦੀਆਂ ਡਿਮਾਂਡਾਂ ਵੀ ਆ ਰਹੀਆਂ ਸੀ। ਸੋ ਮੇਰੇ ਮਨ 'ਚ ਹੈ ਕਿ ਇੱਥੇ ਅਸੀਂ ਰਸ ਲਈਏ ਭਗਤ ਸਾਹਿਬਾਨ ਦੇ ਜੀਵਨ 'ਚੋਂ। ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਨਾ ਬੜਾ ਸੋਹਣਾ ਇੱਕ ਪ੍ਰਮਾਣ ਹੈ, ਤੁਸੀਂ ਪਹਿਲਾਂ ਉਹਦਾ ਪ੍ਰਮਾਣ ਸੁਣਿਓ ਕਿ ਮਰ ਦੀ ਉਡਾਰੀ ਵੇਖੋ। ਗੁਰੂ ਸਾਹਿਬ ਕਹਿੰਦੇ, ਕੇਸਰ ਕੁਸਮ ਮਿਰਗ ਮੈਂ ਹਰਨਾ, ਸਰਬੈ ਸਰੀਰੀ ਚੜਨਾ, ਚੰਦਨ ਜੋ ਇਹਾ ਜੋਤ ਅਨੇਹੀ ਸਰਬੇ ਪਰਮਲ ਕਰਨਾ, ਕੀਪਟ ਭਾਂਡਾ ਕਹਿ ਨਾ ਕੋਈ ਐਸਾ ਵਰਨ, ਐਸਾ ਭਗਤ ਵਰਨ ਮੈਂ ਹੋਏ, ਤੇਰੇ ਨਾਮ ਨਿਵੈ ਰਹਿ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਹੁਣੇ ਤੁਸੀਂ ਪਾਠ ਸੁਣ ਲਿਆ, ਇਹਦੇ ਅਰਥ ਸੁਣਿਓ। ਪਹਿਲਾ ਸੀ ਕੇਸਰ। ਕੇਸਰ ਇੱਕ ਉਹ ਸੁਗੰਧੀ ਲਈ ਪੁਰਾਣੇ ਸਮਿਆਂ 'ਚ ਵਰਤਿਆ ਜਾਂਦਾ ਸੀ, ਅੱਜ ਵੀ ਲੋਕ ਵਰਤਦੇ ਆ। ਗੁਰੂ ਸਾਹਿਬ ਕਹਿੰਦੇ ਕੇਸਰ ਨੂੰ ਬਣਾਉਣ ਵਾਲੇ ਦੀ ਜਾਤ ਨਹੀਂ ਪੁੱਛੀ ਜਾਂਦੀ, ਕੇਸਰ ਕੋ ਜਿਤ ਕੋ ਲਿਆ ਜਾਂਦਾ ਉਹਦੀ ਨਹੀਂ ਪੁੱਛੀ ਜਾਂਦੀ,
ਤੇ ਕੇਸਰ ਜਿਸ ਤਨ ਤੇ ਆ ਕੇ ਸੁਗੰਧੀ ਕਰਦਾ ਹੈ, ਕਦੇ ਕੇਸਰ ਨੇ ਵੀ ਇਹ ਨਹੀਂ ਪੁੱਛਿਆ ਕਿ ਮੈਂ ਇਹ ਸ਼ੂਦਰ ਆ ਤੇ ਇਹਦੇ ਤਨ ਤੇ ਨਹੀਂ ਜਾ ਕੇ ਸੁਗੰਧੀ ਦੇਣੀ ਤੇ ਵੱਡੀਆਂ ਜਾਤਾਂ ਵਾਲੇ ਦੇ ਤਨ ਤੇ ਸੁਗੰਧੀ ਦੇਣੀ। ਭਾਵ ਕੇਸਰ ਦੀ ਲੋਕ ਭੇਟ ਨਹੀਂ ਮੰਨਦੇ, ਉਹਨੂੰ ਸਾਰੇ ਕਬੂਲ ਕਰ ਲੈਂਦੇ ਆ। ਕੁਸਮ ਕਹਿੰਦੇ ਨੇ ਫੁੱਲਾਂ ਨੂੰ। ਦੇਖੋ ਜੇ ਤੁਸੀਂ ਪੰਜਾਬ ਤੋਂ ਬਾਹਰੇ ਜਾਓ ਨਾ ਤੇ ਲੋਕ ਅਕਸਰ ਗੁੱਤਾਂ ਦੇ ਵਿੱਚ ਵੀ ਫੁੱਲਾਂ ਦੀਆਂ ਮਾਲਾ ਬਣਾ ਲਾਉਂਦੇ ਰਹੇ, ਗਲਾਂ ਵਿੱਚ ਪਾਣੇ, ਬਹੁਤ ਕੁਝ ਪ੍ਰਕਾਰ ਦੇ ਲਈ ਫੁੱਲ ਨੂੰ ਵਰਤਿਆ ਜਾਂਦਾ ਤੇ ਫੁੱਲਾਂ ਨੂੰ ਕੋਈ ਹੇਠ ਨਹੀਂ ਕਰਦਾ, ਇਹਨੂੰ ਸਾਰੇ ਅਪਣਾ ਲੈਂਦੇ। ਇਹ ਨਹੀਂ ਵੇਖਦੇ ਕਿ ਮਾਲੀ ਕਿਸ ਜਾਤ ਦਾ ਸੀ ਤੇ ਕਿਹਦੇ ਹੱਥਾਂ 'ਚ ਟੁੱਟ ਕੇ ਫੁੱਲ ਸਾਡੇ ਮੰਦਿਰਾਂ ਤੱਕ ਜਾਂ ਘਰਾਂ ਤੱਕ ਜਾਂ ਸਰੀਰਾਂ ਤੱਕ ਪਹੁੰਚੇ ਆ। ਤੀਜੀ ਬੇਨਤੀ ਕਿ ਮਹਾਰਾਜ ਕਹਿੰਦੇ ਕੇਸਰ ਕੁਸਮ ਮਿਰਗਮੈ। ਇਹ ਮਿਰਗਮੈ ਦਾ ਭਾਵ ਹੁੰਦਾ ਜਿਹੜੀ ਮਿਰਗ ਦੀ ਕਸਤੂਰੀ ਹੁੰਦੀ ਨਾ, ਇਹਦੀ ਸੁਗੰਧੀ ਵਾਹ ਕਮਾਲ ਹੁੰਦੀ ਆ, ਇਹਦੀ ਵੀ ਭੇਟ ਨਹੀਂ ਕੋਈ ਮੰਨੀ ਜਾਂਦੀ। ਹਰਨਾ ਕਹਿੰਦੇ ਸੋਨੇ ਨੂੰ। ਕਿ ਸੋਨੇ ਦੀ ਭੇਟ ਕਦੇ ਮੰਨੀ ਆ? ਕਿ ਜੇ ਮੰਨ ਲਓ ਇੱਕ ਗਰੀਬ ਬੰਦੇ ਨੇ ਸੋਨਾ ਤਨ ਤੇ ਪਾਇਆ ਕਿ ਉਹਦਾ ਰੇਟ ਘਟ ਜਾਊਗਾ? ਬਿਲਕੁਲ ਨਹੀਂ। ਸੋਨੇ ਦਾ ਕੈਰਟ ਉਹੀ ਰਹਿਣਾ। ਸੋਨਾ ਸੱਚ ਵੇ 12 ਬੰਨੀ ਦੇ ਸੋਨੇ ਦੀ ਗੱਲ ਪਹਿਲੇ ਜ਼ਮਾਨੇ ਚੱਲਦੀ ਹੁੰਦੀ ਸੀ। ਮਹਾਰਾਜ ਕਹਿੰਦੇ ਸੋਨੇ ਦੀ ਕੋਈ ਭੇਟ ਨਹੀਂ ਜਾਣਦਾ, ਅਮੀਰ ਭਾਵੇਂ ਗਰੀਬ ਪਾਵੇ, ਉਹਦਾ ਉਹੀ ਕਿਰਦਾਰ ਰਹਿੰਦਾ ਹੈ। ਕੇਸਰ ਕੁਸਮ ਮਿਰਗਮੈ ਹਰਨਾ ਸਰਬੈ ਸਰੀਰੀ ਚੜ੍ਹਨਾ। ਦੇਖੋ ਇਹ ਸਾਰੀਆਂ ਚੀਜ਼ਾਂ ਸਾਰੇ ਸਰੀਰਾਂ ਵਾਲੇ ਕਬੂਲ ਕਰ ਲੈਂਦੇ। ਗੁਰੂ ਸਾਹਿਬ ਕਹਿੰਦੇ ਅੱਗੇ ਮਹਾਰਾਜ ਸੱਚੇ ਪਿਤਾ ਜੀ ਕਹਿੰਦੇ ਆ ਸਰਬੈ ਸਰੀਰੀ ਚੜ੍ਹਨਾ ਚੰਦਨ ਭਗਤਾ ਜੋਤ ਅਨੇਹੀ ਸਰਬੇ ਪਰਮਲ ਕਰਨਾ। ਹੁਣ ਚੰਦਨ ਦੀ ਖੁਸ਼ਬੂ ਦੀ ਗੱਲ ਬੜੀ ਚੱਲਦੀ ਆ। ਚੰਦਨ ਬਹੁਤ ਕੀਮਤੀ ਹੁੰਦਾ ਤੇ ਚੰਦਨ ਦੀ ਵੀ ਭੇਟ ਨਹੀਂ। ਫਿਰ ਗੁਰੂ ਸਾਹਿਬ ਕਹਿੰਦੇ ਉਹਨਾਂ ਭਗਤਾਂ ਦੀ ਭੇਟ ਕਿਉਂ? ਭਗਤ ਕਿੱਥੇ ਜੰਮਿਆ ਉਹ ਨਹੀਂ, ਭਗਤਾਂ ਨੇ ਰੱਬ ਤੱਕ ਪਹੁੰਚ ਕਰਕੇ ਆਪਣੇ ਆਪੇ ਨੂੰ ਉਹਦੇ ਵਿੱਚ ਭਿਉਂ ਲਿਆ ਤੇ ਹਿਰਦੇ ਵਿੱਚ ਪ੍ਰਮਾਤਮਾ ਵਸਾ ਲਿਆ। ਬਿਲਕੁਲ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਉਹਨਾਂ ਭਗਤਾਂ ਦੀ ਭੇਟ ਨਹੀਂ। ਅੱਗੇ ਸੁਣਿਓ, ਮਹਾਰਾਜ ਕਹਿੰਦੇ ਘੇ ਪੱਟ ਭਾਂਡਾ ਕਹਿ ਨਾ ਕੋਏ। ਘੇ ਭਾਂਡਾ ਦੇਸੀ ਘਿਓ ਦੀ ਕੋਈ ਭੇਟ ਕਰੂਗਾ? ਅਮੀਰ ਬੰਦਾ ਕਹੂਗਾ ਇਹਨੂੰ ਮੇਰੀ ਰਸੋਈ 'ਚ ਨਾ ਵੜਨ ਦਿਓ? ਨਹੀਂ। ਮਹਾਰਾਜ ਸੱਚੇ ਪਿਤਾ ਕਹਿੰਦੇ ਜਿਵੇਂ ਦੇਸੀ ਘਿਓ ਦੀ ਕੋਈ ਭੇਟ ਨਹੀਂ। ਤੇ ਇਹਦੇ ਵਿੱਚ ਇੱਕ ਪੱਟ ਸ਼ਬਦ ਵਰਤਿਆ, ਰੇਸ਼ਮੀ ਕੱਪੜਾ। ਰੇਸ਼ਮੀ ਕੱਪੜਾ ਦੇ ਬਹੁਤ ਗੱਲ ਬਾਣੀ ਨੇ ਕੀਤੀ ਆ। ਮਹਾਰਾਜ ਸੱਚੇ ਪਿਤਾ ਕਹਿੰਦੇ ਜਿਵੇਂ ਰੇਸ਼ਮੀ ਕੱਪੜੇ ਦੀ ਭੇਟ ਕੋਈ ਨਹੀਂ। ਕਿਉਂਕਿ ਅਕਸਰ ਅੱਜ ਵੀ ਤੁਸੀਂ ਵੇਖੋ ਕਾਰਖਾਨਿਆਂ 'ਚ, ਗੋਦਾਮਾਂ 'ਚ, ਕੰਪਨੀਆਂ 'ਚ ਲੋਕ ਤਾਂ ਵਿਚਾਰੇ ਗਰੀਬ ਹੀ ਕੰਮ ਕਰਦੇ ਨੇ, ਪਰ ਤਨ ਤੇ ਪਾਉਣ ਵਾਲੇ ਨੇ ਕਦੇ ਭੇਟ ਨਹੀਂ ਕੀਤੀ। ਪਰ ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਸਰੀਰਾਂ ਨਾਲ, ਉਹਨਾਂ ਦੀ ਜਾਤ ਨਾਲ ਤੁਹਾਨੂੰ ਭੇਟ ਲੱਗਦੀ ਆ। ਕੇ ਪੱਟ ਭਾਂਡਾ ਕਹਿ ਨਾ ਕੋਏ, ਉਹਨਾਂ ਦੀ ਕੋਈ ਭੇਟ ਨਹੀਂ। ਐਸਾ ਭਗਤ ਵਰਨ ਮੈਂ ਹੋਏ। ਪਰ ਬਾਬਾ ਰਵਿਦਾਸ ਵਰਗਾ ਭਗਤ ਜਿਹੜਾ ਸੱਚ ਵੇ ਉਹਦੀ ਖੁਸ਼ਬੂ ਇੱਕ ਕਸਤੂਰੀ ਵਰਗੀ ਆ, ਕੇਸਰ ਵਰਗੀ ਆ, ਫੁੱਲਾਂ ਵਾਂਗੇ ਉਹ ਚਮਕਦਾ, ਸੋਨੇ ਵਾਂਗੇ ਉਹਦਾ ਕੋਈ ਵੀ ਮਹਾਰਾਜ ਸੱਚੇ ਪਿਤਾ ਕਹਿੰਦੇ ਉਹਦੇ ਵਿੱਚ ਲੇਸ਼ ਨਹੀਂ। ਸੱਚ ਹੈ। ਮਹਾਰਾਜ ਕਹਿੰਦੇ ਤੇਰੇ ਨਾਮ ਨਿਵੈ ਰਹਿ ਲਿਵਲਾਏ। ਪਰਮਾਤਮਾ ਜਿਹੜੇ ਤੇਰੇ ਨਾਮ ਨੂੰ ਜਪਦੇ ਆ ਤੇ ਤੇਰੇ ਅੱਗੇ ਹਮੇਸ਼ਾ ਨਿਉਂਦੇ ਆ, ਭਾਵ ਤੇਰੇ ਤੋਂ ਬਿਨਾ ਕਿਸੇ ਹੋਰ ਦਾ ਆਸਰਾ ਨਹੀਂ। ਨਾਨਕ ਤਿੰਨ ਦਰ ਭੀਖਿਆ ਪਾਏ। ਲੋਕ ਕਹਿੰਦੇ ਉਹਨਾਂ ਦੇ ਪਰਛਾਵੇਂ ਨਹੀਂ ਸਾਡੇ ਤੇ ਪੈਣੇ ਚਾਹੀਦੇ, ਪਰ ਮੇਰਾ ਬਾਬਾ ਕਹਿੰਦਾ ਮੈਂ ਤੇ ਉਹਨਾਂ ਦੇ ਦਰ ਦਾ ਭਿਖਾਰੀ ਆ ਜਿਹੜੇ ਤੈਨੂੰ ਦਿਨ ਰਾਤ ਹੁੰਦੇ ਆ। ਵੇਖੋ ਗੁਰੂ ਸਾਹਿਬ ਸੱਚੇ ਪਿਤਾ ਦੀ ਇਹ ਵਿਚਾਰਧਾਰਾ ਹੈ ਜੀ। ਕੱਲ ਮੈਂ ਇੱਕ ਬੇਨਤੀ ਕੀਤੀ ਸੀ ਕਿ ਭਾਈ ਗੁਰਦਾਸ ਨੇ ਇੱਕ ਕਵਿਤ 'ਚ ਇਹਨਾਂ ਭਗਤਾਂ ਦੀਆਂ ਉਦਾਹਰਨਾਂ ਦੇ ਕੇ ਨਾ ਜੀ ਤੇ ਬਹੁਤ ਸੋਹਣਾ ਸਮਝਾਇਆ। ਇਹ ਸਾਡੇ ਲਈ ਆ ਕਿ ਘੱਟੋ ਘੱਟ ਸਿੱਖ ਇਹਨਾਂ ਗੱਲਾਂ 'ਚ ਨਾ ਆਵੇ। ਸਿੱਖ ਜਿੰਨਾ ਪਿਆਰ ਗੁਰੂ ਨਾਨਕ ਨੂੰ ਕਰੇ ਉਹਨਾਂ ਭਗਤਾਂ ਨੂੰ ਕਰੇ। ਜਿੱਥੇ ਸਿੱਖ ਮਾਣ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਸਾਹਿਬਾਨਾਂ, ਭੱਟ ਸਾਹਿਬਾਨਾਂ, ਗੁਰਸਿੱਖਾਂ ਨੂੰ ਮੱਥਾ ਟੇਕੇ, ਉਨਾ ਹੀ ਸਤਿਕਾਰ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਪੜ੍ਹ ਕੇ ਕਰੇ। ਹੁਣ ਮਹਾਰਾਜ ਸੱਚੇ ਪਿਤਾ ਜੀ ਦੇ ਸਿੱਖ ਨਾ ਵੇਖੋ ਉਦਾਹਰਨ ਦਿੰਦੇ। ਪਹਿਲੀ ਉਦਾਹਰਨ ਦਿੱਤੀ ਉਹਨਾਂ ਨੇ, ਕਹਿੰਦੇ ਜਿਵੇਂ ਮੰਨ ਲਓ 5 ਤੱਤਾਂ ਤੋਂ ਸੰਸਾਰ ਬਣਿਆ ਨਾ, ਸਰੀਰ ਵੀ 5 ਤੱਤਾਂ ਤੋਂ ਹੀ ਬਣਿਆ। ਹੁਣ ਕਹਿੰਦੇ ਉਹਨਾਂ 5 ਤੱਤਾਂ ਤੋਂ ਸਭ ਤੋਂ ਹੇਠਲੇ ਪੱਧਰ ਦੀ ਜਿਹੜੀ ਸ਼ੈ ਨਾ ਕੋਈ, ਉਹਨੂੰ ਧਰਤੀ ਕਹਿੰਦੇ ਆ। ਧਰਤੀ ਬਹੁਤ ਥੱਲੇ ਹੁੰਦੀ ਆ। ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਕਹਿੰਦੇ ਨੇ ਜੋ ਧਰਤੀ ਹੈ ਉਹ ਸਭ ਤੋਂ ਤੱਤਾਂ ਤੋਂ ਨੀਵੇਂ ਪੱਧਰ ਦੀ ਹੈ, ਪਰ ਉਪਜਾਊ ਜਿਹੜੀ ਆ ਉਹ ਧਰਤੀ ਹੋਈ ਹੈ। ਦੇਖੋ ਕੀੜੀ ਤੋਂ ਲੈ ਕੇ ਹਾਥੀ ਤੱਕ, ਪਰਿੰਦਿਆਂ ਤੱਕ, ਪੰਛੀਆਂ ਤੱਕ, ਮਨੁੱਖਾਂ ਤੱਕ ਸਾਨੂੰ ਸਾਰਿਆਂ ਨੂੰ ਆਹਾਰ ਪੈਦਾ ਕਰਕੇ ਕੌਣ ਦਿੰਦੀ ਆ? ਧਰਤੀ ਦਿੰਦੀ ਆ। ਇਸ ਕਰਕੇ ਮਹਾਰਾਜ ਕਹਿੰਦੇ ਉਹ ਨੀਵੀਂ ਹੋ ਕੇ ਵੀ ਮਾਤਾ ਧਰਤ ਮਹਤ ਬਣ ਗਈ, ਭਾਵ ਵਡਿਆਈ ਗਈ। ਦੂਜੀ ਬੇਨਤੀ ਭਾਈ ਗੁਰਦਾਸ ਕਰਦੇ ਨੇ, ਸਾਡੀਆਂ 5 ਉਂਗਲਾਂ ਨੇ। ਸਭ ਤੋਂ ਛੋਟੀ ਨੂੰ ਚੀਚੀ ਕਹਿੰਦੇ ਆ ਨਾ ਆਪਾਂ,
ਕਹਿੰਦੇ ਆ ਕਿ ਜਦੋਂ ਵੀ ਸੋਨੇ ਦੀ ਮੁੰਦਰੀ ਪਾਈ ਜਾਂਦੀ ਆ ਨਾ, ਹੀਰਿਆਂ ਲਾਲਾਂ ਨਾਲ ਜੜੀ ਹੋਈ ਕੀਮਤੀ, ਤੇ ਉਹਨੂੰ ਚੀਚੀ ਚ ਪਾਈ ਜਾਂਦੀ ਆ। ਵੇਖੋ ਇਹ ਚੱਲਦਾ ਸੀ ਸਮਾਜ ਦੇ ਵਿੱਚ ਇਹ ਗੱਲਾਂ। ਹੁਣ ਉਡਾਰੀ ਭਾਈ ਗੁਰਦਾਸ ਜੀ ਦੀ ਕਿ ਹੱਥ ਦੇ ਵਿੱਚ ਸਭ ਤੋਂ ਛੋਟੀ ਹੋ ਕੇ ਵੀ ਮਹਿੰਗੀ ਜਿਹੜੀ ਆ ਛਾਂਪ ਕਹਿ ਲੋ ਮੁੰਦਰੀ, ਉਹ ਆਪਣੇ ਚ ਛੁਆ ਕੇ ਆਪਣੀ ਵਡਿਆਈ ਲੈ ਗਈ। ਤੀਜੀ ਉਦਾਹਰਨ ਭਾਈ ਜੀ ਨੇ ਇੱਕ ਮਧੂ ਮੱਖੀ ਦੀ ਦਿੱਤੀ ਆ ਤੇ ਇੱਕ ਪੱਟ ਦੇ ਕੀੜੇ ਦੀ ਦਿੱਤੀ ਆ, ਤੇ ਇਹਨੂੰ ਭਾਈ ਬਾਬਾ ਰਵਿਦਾਸ ਜੀ ਨੇ ਵੀ ਆਪਣੀ ਬਾਣੀ 'ਚ ਗਾਇਨ ਕੀਤਾ। ਭਾਈ ਜੀ ਕਹਿੰਦੇ ਨੇ ਕਿ ਜਿਵੇਂ ਮਧੂ ਮੱਖੀ ਤੇ ਕੀੜਾ ਜੂਨਾਂ ਵਿੱਚ ਸਭ ਤੋਂ ਛੋਟੀਆਂ ਜੂਨੀਆਂ ਮੰਨੀਆਂ ਜਾਂਦੀਆਂ। ਕਿੰਨਾ ਕੁ ਹੁੰਦਾ, ਮੁੱਠੀ ਮੀਚ ਦਿਓ ਤੇ ਮਧੂ ਮੱਖੀ ਲੱਭਦੀ ਹੋਈ ਨਹੀਂ ਹੈਗੀ, ਜਿਹਨੂੰ ਮਖੀਰ ਦੀ ਮੱਖੀ ਕਹਿੰਦੇ ਆ। ਪਰ ਭਾਈ ਜੀ ਕਹਿੰਦੇ ਉਹੀ ਮੱਖੀ ਤੋਂ ਸ਼ਹਿਦ ਬਣਦਾ ਜਿਹੜੇ ਲੋਕ ਖਾ ਕੇ ਆਪਣੇ ਤਨ ਨੂੰ ਅਰੋਗ ਕਰਦੇ ਆ। ਵੇਖੋ ਕਮਾਲ ਕਰਦੀ ਨਾ ਭਾਈ ਜੀ ਨੇ। ਕਹਿੰਦੇ ਉਹਦੀ ਜੂਨੀ ਨਾ ਵੇਖੋ, ਉਹਦਾ ਕਰਮ ਵੇਖੋ ਕਿੰਨਾ ਵੱਡਾ ਹੈ। ਤੇ ਸੰਗਤ ਜਿਹੜਾ ਰੇਸ਼ਮ ਦਾ ਕੱਪੜਾ ਨਾ, ਇੱਕ ਨਾ ਕੀੜਾ ਹੁੰਦਾ, ਇਸ ਕੀੜੇ ਕਰਕੇ ਰੇਸ਼ਮ ਦਾ ਜਿਹੜਾ ਕਹਿੰਦੇ ਆ ਉਹ ਕੱਪੜਾ ਤਿਆਰ ਹੁੰਦਾ। ਹੁਣ ਬਾਬਾ ਜੀ ਦਾ ਸ਼ਬਦ ਪੜਿਓ, ਤੁਮ ਮਕਤੂਲ ਸੁਪੇਦ ਸਪੀਲ ਹਮ ਬਪਰੇ ਜਸ ਕੀਰਾ। ਭਗਤ ਰਵਿਦਾਸ ਜੀ ਦੀ ਬਾਣੀ ਕਿ ਪ੍ਰਮਾਤਮਾ ਅਸੀਂ ਉਹ ਕੀੜੇ ਆ ਜਿਹੜੇ ਸਾਰੇ ਉਮਰ ਪ੍ਰਮਾਤਮਾ ਰੂਪੀ ਰੇਸ਼ਮ ਦੇ ਨੇੜੇ ਰਹੇ, ਪਰ ਕਮਾਲ ਦੀ ਗੱਲ ਹੈ ਕਦੇ ਨਾਮ ਬਾਣੀ ਦਾ ਰਸ ਹੀ ਨਾ ਲੈ ਕੇ ਵੇਖਿਆ। ਵੇਖੋ ਉਹਨਾਂ ਦਾ ਜੀਵਨ ਇਹ ਨਹੀਂ, ਉਹ ਸਾਡੀ ਗੱਲ ਕਰਦੇ। ਹੁਣ ਭਾਈ ਜੀ ਕਹਿੰਦੇ ਅਸੀਂ ਵੀ ਦੇਖੋ, ਉਹ ਹੈ ਤਾਂ ਬਹੁਤ ਛੋਟੀ ਆ ਪਰ ਕਿੱਡੇ ਕੀਮਤੀ ਕੱਪੜੇ ਨੂੰ ਤਿਆਰ ਕਰ ਦਿੰਦੀ ਜਾਂ ਉਹਦੇ ਵਿੱਚ ਵਸਦੀ ਆ। ਜਦੋਂ ਇਹ ਉਦਾਹਰਨਾਂ ਦਿੱਤੀਆਂ ਨਾ ਜੀ, ਕਹਿੰਦੇ ਬਸ ਇਸੇ ਤਰ੍ਹਾਂ ਤੈਸੇ ਰਵਿਦਾਸ ਨਾਮਾ ਬਿਦਰ ਕਬੀਰ ਭਏ। ਤੇ ਅੱਗੇ ਉਹ ਇੱਕ ਗੱਲ ਲਿਖਦੇ ਆ, ਹੀਨ ਜਾਤ ਊਤ ਉੱਤਮ ਪਦ ਸੱਚ ਏਵੇ ਸੋਭੇ ਸਭ ਹੀਨ ਜੀ। ਕਹਿੰਦੇ ਆ ਕਿ ਇਹਨਾਂ ਦੇ ਪ੍ਰਥਾਏ ਵੇਖੋ, ਬਿਦਰ ਜੀ ਵੀ ਨੀਵੀਂ ਜਾਤ ਦੇ ਮੰਨੇ ਗਏ, ਪਰ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਜਾਗ ਭਾਗ ਲਾਏ ਸੀ। ਉਹਨਾਂ ਦੇ ਘਰ ਦਾ ਜਾ ਕੇ ਅਲੂਣਾ ਸਾਗ ਖਾਧਾ ਸੀ। ਗੁਰੂ ਸਾਹਿਬ ਸੱਚੇ ਪਿਤਾ ਕਹਿੰਦੇ ਇਸੇ ਤਰ੍ਹਾਂ ਨਾਮਾ ਜੀ, ਇਸੇ ਤਰ੍ਹਾਂ ਕਬੀਰ ਜੀ, ਇਸੇ ਤਰ੍ਹਾਂ ਰਵਿਦਾਸ ਜੀ, ਜਿਨ੍ਹਾਂ ਨੂੰ ਲੋਕ ਨੀਵੇਂ ਕਹਿੰਦੇ ਆ ਪਰ ਉਹ ਕਰਮਾਂ ਕਰਕੇ ਬੜੀ ਵਡਿਆਈ ਲੈ ਕੇ ਗਏ ਆ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਨੂੰ ਨਾ ਸਿੱਖਾਂ ਨੇ ਪੁੱਛਿਆ, ਸੰਗਤ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਕਹਿੰਦੇ ਮਹਾਰਾਜ ਜੀ ਤੁਸੀਂ ਕਹਿੰਦੇ ਆ ਧਰਮ ਕਮਾਇਆ ਕਰੋ, ਨਾਮ ਜਪਿਆ ਕਰੋ, ਬਾਣੀ ਪੜਿਆ ਕਰੋ, ਇਹਦਾ ਲਾਹਾ ਕੀ ਹੈ, ਕੁਝ ਵਡਿਆਈ ਦੱਸੋ ਇਸ ਨਾਮ ਦੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਦਾਹਰਨ ਦਿੱਤੀ ਸੀ। ਗੁਰੂ ਸਾਹਿਬ ਸੱਚੇ ਪਿਤਾ ਕਹਿਣ ਲੱਗੇ ਕਬੀਰ ਨੂੰ ਕੌਣ ਕੌਣ ਜਾਣਦਾ, ਹੱਥ ਖੜੇ ਕਰੋ। ਸਾਰੀ ਸੰਗਤ ਨੇ ਦੋਵੇਂ ਬਾਹਾਂ ਖੜੀਆਂ ਕਰ ਲਈਆਂ ਜੀ ਅਸੀਂ ਜਾਣਦੇ ਹਾਂ। ਗੁਰੂ ਸਾਹਿਬ ਕਹਿੰਦੇ ਭਗਤ ਰਵਿਦਾਸ ਜੀ ਨੂੰ ਕੌਣ ਕੌਣ ਜਾਣਦਾ, ਸਾਰੀ ਸੰਗਤ ਨੇ ਬਾਹਾਂ ਖੜੀਆਂ ਕਰ ਲੀਆਂ ਜੀ ਅਸੀਂ ਜਾਣਦੇ ਹਾਂ। ਗੁਰੂ ਸਾਹਿਬ ਕਹਿੰਦੇ 15 ਭਗਤ ਹੋਏ ਨੇ, ਬਾਬਾ ਨਾਮਦੇਵ ਜੀ, ਸੈਣ ਜੀ, ਜੈਦੇਵ ਜੀ, ਇਹਨਾਂ ਨੂੰ ਕੌਣ ਕੌਣ ਜਾਣਦਾ। ਸਾਰੀ ਸੰਗਤ ਕਹਿੰਦੀ ਮਹਾਰਾਜ ਜੀ ਜਾਣਦੇ ਆ। ਗੁਰੂ ਸਾਹਿਬ ਕਹਿੰਦੇ ਦੱਸੋ ਕਬੀਰ ਜੀ ਦੇ ਵੇਲੇ ਬਨਾਰਸ ਦਾ ਰਾਜਾ ਕੌਣ ਸੀ ਤੇ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਸੀ, ਦੱਸੋ ਸਾਰੇ। ਕਿਉਂਕਿ ਇਹ ਸਮਕਾਲੀ ਹੋਏ ਨੇ, ਸਾਰੇ ਚੁੱਪ ਵੱਟ ਗਏ ਜੀ ਨਹੀਂ ਪਤਾ। ਗੁਰੂ ਗੋਬਿੰਦ ਸਿੰਘ ਕਹਿੰਦੇ ਬਸ ਇਹ ਨਾਮ ਦੀ ਵਡਿਆਈ ਆ। ਮਾਇਆ ਕੀ ਸ਼ੋਭਾ 4 ਦਿਹਾੜੇ ਲਿਖੀ ਮਹਾਰਾਜ ਨੇ ਬਾਣੀ 'ਚ। ਕਹਿੰਦੇ ਮਾਇਆ ਧਾਰੀ ਲੋਕ ਆਪਣਾ ਵਾਜਾ ਬਹੁਤ ਉੱਚੀ ਵਜਾਉਂਦੇ ਆ, ਪਰ ਉਹ ਸਮੇਂ ਦੇ ਵਿੱਚ ਆ ਕੇ ਅਲੋਪ ਹੋ ਜਾਂਦੇ ਆ। ਜਿਹੜੇ ਨਾਮ ਦੇ ਵਾਜੇ ਵਜਾ ਕੇ ਜਾਂਦੇ ਆ, ਰਹਿੰਦੀ ਦੁਨੀਆ ਤੱਕ ਉਹਨਾਂ ਦੇ ਨਾਮ ਦੇ ਵਾਜੇ ਵੱਜਦੇ ਰਹਿੰਦੇ ਆ। ਤਾਂ ਕਰਕੇ ਨਾਮ ਨਾਲ ਜੁੜਨਾ ਹੈ ਸੰਗਤ ਜੀ। ਸੱਚੇ ਪਿਤਾ ਜੀ ਸਾਨੂੰ ਵਡਿਆਈ ਦਿੰਦੇ ਪਏ ਨੇ। ਹੁਣ ਚਲੋ ਅਸੀਂ ਇਹ ਜਦੋਂ ਵਿਚਾਰਾਂ ਰੱਖੀਆਂ ਬਾਬਾ ਰਵਿਦਾਸ ਜੀਆਂ ਦੇ, ਅਸੀਂ ਆਓ ਉਸ ਪੌੜੀ ਵੱਲ ਜਿੱਥੇ ਅਸੀਂ ਕੱਲ ਰੁਕੇ ਸਾਂ, ਤੇ ਉਹਦੀ ਅਗਲੀ ਤੋਕਾ ਅਸੀਂ ਪੜ੍ਹੀ ਸੀ, ਪਾਣਾ ਗੰਢੈ ਰਾਹ ਵਿੱਚ, ਤੇ ਅੱਗੇ ਸੀ ਕੁਲਾ ਧਰਮ ਟੋਏ ਢੋਰ ਸਮੇਟਾ। ਬਾਬਾ ਰਵਿਦਾਸ ਜੀ ਦਾ ਕੀਤਾ ਸੀ ਜੋੜੇ ਗੰਢਣਾ। ਤੇ ਕਹਿੰਦੇ ਇਹਨਾਂ ਦਾ ਨਾ ਜਿਹੜਾ ਕੁਟੀਆ ਹੁੰਦੀ ਸੀ, ਜਿਹਨੂੰ ਦੁਕਾਨ ਸੀ ਬਣਾਇਆ, ਜਿਹਨੂੰ ਰੱਬ ਦਾ ਮੰਦਿਰ ਬਣਾਇਆ ਸੀ, ਜਿਹਨੂੰ ਇਹਨਾਂ ਨੇ ਆਪਣਾ ਘਰ ਬਣਾਇਆ ਸੀ, ਉਹ ਇੱਕ ਰਾਹ ਦੇ ਵਿੱਚ ਪਾਈ ਹੋਈ ਸੀ ਦੁਕਾਨ। ਕਹਿੰਦੇ ਉੱਥੇ ਰਹਿ ਕੇ ਇਹ ਜਿਹੜੇ ਸੀ ਜੁੱਤੀਆਂ ਗੰਢਣ ਦਾ ਵਪਾਰ, ਇਹ ਸੱਚ ਸੀ ਸੰਗਤ ਜੀ। ਤੁਸੀਂ ਅੱਗੇ ਘਟਨਾ ਸੁਣੋਗੇ ਕਿ ਜਿਹੜੇ ਉੱਚੀਆਂ ਜਾਤਾਂ ਵਾਲੇ ਕਦੇ ਭੁੱਲ ਕੇ ਆ ਜਾਣੇ ਨਾ, ਤੇ 10 ਫੁੱਟ ਦੂਰੋਂ ਇਹਨਾਂ ਵੱਲ ਜੁੱਤੀ ਸੁੱਟਦੇ ਨਹੀਂ ਕਿ ਪਰਛਾਵਾਂ ਨਾ ਸਾਡੇ ਤੇ ਪਵੇ, ਕਿ ਗੰਢ ਕੇ ਫਿਰ ਸਾਨੂੰ ਸੁੱਟ ਦੇ। ਇਦਾਂ ਕਰਦੇ ਹੁੰਦੇ ਸੀ। ਮਹਾਰਾਜ ਜੀ ਕਹਿੰਦੇ ਨੇ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਇੱਥੋਂ ਤੱਕ ਸ਼ਾਇਦ ਅਸੀਂ ਵਿਚਾਰ ਲਿਆ ਸੀ। ਚੌਥੀ ਤੋਂ ਕਹਿ ਅੱਗੇ ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਦੇ ਭਗਤ ਸਹੇਟਾ। ਹੁਣ ਬ੍ਰਾਹਮਣ ਲੋਕ ਕੀ ਕਰਦੇ ਨੇ, ਇਹ ਕਹਿੰਦੇ ਆ ਕਿ ਜੱਗ ਅਸੀਂ ਕਰ ਸਕਦੇ ਹਾਂ ਤੇ ਅਸੀਂ ਕਰਾ ਸਕਦੇ ਹਾਂ।
ਅਸੀਂ ਹੀ ਦਾਨ ਦੇ ਸਕਦੇ ਹਾਂ ਤੇ ਲੈ ਸਕਦੇ ਹਾਂ। ਅੱਜ ਵੀ ਤੁਸੀਂ ਇਹਨਾਂ ਦੀ ਪੜ੍ਹ ਕੇ ਵੇਖੋ, ਇਹਨਾਂ ਨਾਲ ਬਹਿ ਕੇ ਵੇਖੋ, ਤੇ ਅੱਜ ਵੀ ਇਹਨਾਂ ਵਿੱਚ ਇਹ ਚੱਲਦਾ ਹੈ ਸੰਗਤ ਜੀ। ਇੱਥੋਂ ਤੱਕ ਜਦੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ ਨਾ, ਉਸਾਰੀ ਦਾ ਕੰਮ ਚੱਲਿਆ, ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆ ਕੇ ਪੁਰੋਹਿਤ ਨੇ ਕਹਿਤਾ ਸੀ ਸਾਡਾ ਥਾਲ ਕਿੱਥੇ ਆ, ਕਿਉਂਕਿ ਅਸੀਂ ਤੇ ਪੁਸ਼ਤਾਂ ਤੋਂ ਚੱਲਦੇ ਆਨੇ ਆ। ਤੇ ਗੁਰੂ ਸਾਹਿਬ ਕਹਿੰਦੇ ਸੀ ਸਾਡਾ ਪੁਰੋਹਿਤ ਭਾਈ ਬੰਨੋ, ਸਗਲ ਸੰਗਤ ਤੁਮ ਸਤ ਕਰ ਮੰਨੋ। ਕਹਿੰਦੇ ਸਾਡੇ ਤਾਂ ਸਿੱਖ ਹੀ ਪੁਰੋਹਿਤ ਨੇ, ਸਾਨੂੰ ਹੋਰਾਂ ਬ੍ਰਾਹਮਣਾਂ ਦੀ ਲੋੜ ਨਹੀਂ। ਜਦੋਂ ਮੇਰਾ ਸਿੱਖ ਬਾਣੀ ਪੜ੍ਹਦਾ, ਉਹ ਤੋਂ ਵੱਡਾ ਬ੍ਰਾਹਮਣ ਕੌਣ ਹੋ ਸਕਦਾ ਹੈ? ਜਦੋਂ ਮੇਰਾ ਸਿੱਖ ਸੱਚ ਦੇ ਲਈ ਡਟ ਜਾਂਦਾ, ਉਹ ਤੋਂ ਵੱਡਾ ਛਤਰੀ ਕੌਣ ਹੋ ਸਕਦਾ ਹੈ? ਜਦੋਂ ਮੇਰਾ ਸਿੱਖ ਜ਼ਮੀਂਦਾਰੇ ਦਾ ਕੰਮ ਕਰਦਾ, ਉਹ ਤੋਂ ਵੱਡਾ ਵੈਸ਼ ਕਿਹੜਾ ਹੋ ਸਕਦਾ ਹੈ? ਤੇ ਜਦੋਂ ਮੇਰਾ ਸਿੱਖ ਸਭ ਕੁਝ ਹੋ ਕੇ ਗੁਰੂ ਘਰ ਹੋਵੇ, ਭਾਵੇਂ ਕਿਤੇ ਲੰਗਰ ਹੋਵੇ, ਸਾਰੀਆਂ ਜਾਤਾਂ ਵਾਲੇ ਦੇ ਜੂਠੇ ਭਾਂਡੇ ਮਾਂਜਦਾ, ਉਹਦੇ ਵਿੱਚ ਮੈਂ ਸ਼ੂਦਰ ਦਾ ਵੀ ਗੁਣ ਪਾ ਚੱਲਿਆ, ਕਿ ਉਹਨੂੰ ਹੰਕਾਰ ਹੀ ਨਾ ਹੋਵੇ ਕਿਸੇ ਗੱਲ ਦਾ। ਇਹ ਹੈ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ। ਮਹਾਰਾਜ ਸੱਚੇ ਪਿਤਾ ਕਿਰਪਾ ਪੇ ਕਰਦੇ ਨੇ। ਕਹਿੰਦੇ ਭਗਤ ਰਵਿਦਾਸ ਜੀ 'ਚ ਹੀ ਵਡਿਆਈ ਸੀ। ਜੇ ਰਾਜਪੁਤਾਨੀਆਂ ਮੀਰਾ ਬਾਈ ਵਰਗੀ, ਝਾਲਾ ਬਾਈ ਵਰਗੀ ਉਸ ਸਮੇਂ ਚਿਤੌੜ ਦੇ ਸ਼ਹਿਰ ਦੀ ਬਹੁਤ ਵੱਡੀ ਰਾਣੀ ਸੀ ਸੰਗਤ ਜੀ। ਰਾਣਾ ਸਾਂਗਾ ਦੇ ਘਰੋਂ ਸੀ, ਜੋ ਰਾਜਸਥਾਨ ਦੇ ਵਿੱਚ ਇਹ ਪੈਂਦਾ ਰਿਆਸਤ। ਉੱਥੋਂ ਦੀਆਂ ਰਾਣੀਆਂ ਵੀ ਆਈਆਂ, ਤੇ ਬਾਬੇ ਨੇ ਥੋੜੀ ਕਿਹਾ ਸੀ ਕਿ ਤੁਹਾਨੂੰ ਮੈਂ ਉਪਦੇਸ਼ ਨਹੀਂ ਦੇਣਾ, ਮੈਂ ਤੇ ਚਮਿਆਰ ਜਾਤੀ ਦਾ ਆਪਣੇ ਲੋਕਾਂ ਨੂੰ ਅੱਗੇ ਲਿਆਵਾਂਗਾ। ਬਿਲਕੁਲ ਨਹੀਂ, ਚੌਂ ਵਰਨਾ ਉਪਦੇਸ਼ ਦਾ, ਸਾਰਿਆਂ ਨੂੰ ਸਾਂਝੀ ਵਾਲਤਾ ਦਾ ਉਪਦੇਸ਼। ਤੇ ਇੱਕ ਸ਼੍ਰੋਮਣੀ ਕਮੇਟੀ ਨੇ ਕਿਤਾਬ ਥਾਪੀ ਹੈ, ਸੇ ਭਗਤ ਸਤਿਗੁਰ ਮਨ ਭਾਏ। ਉਹਦੇ ਵਿੱਚ ਇੱਕ ਕਮਾਲ ਗੱਲ ਕੀਤੀ ਹੈ ਰਾਈਟਰ ਨੇ। ਕਹਿਣ ਲੱਗੇ ਬਾਬਾ ਕਬੀਰ ਜੀ ਦੀ ਬਾਣੀ, ਬਾਬਾ ਆਪਣੇ ਰਵਿਦਾਸ ਜੀ ਦੀ ਬਾਣੀ ਤੇ ਬਾਬਾ ਰਵਿਦਾਸ ਜੀ ਦੀ ਵਿਚਾਰਧਾਰਾ ਗੁਰੂ ਨਾਨਕ ਜੀ ਨਾਲ ਬੜੀ ਜੁੜਦੀ ਆ। ਜਿੱਦਾਂ ਗੁਰੂ ਨਾਨਕ ਜੀ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ, ਬਾਬਾ ਰਵਿਦਾਸ ਜੀ ਕਿਰਤ ਕਰਦੇ ਆ, ਜੋੜੇ ਗੰਢਣ ਦੀ, ਵੰਡ ਕੇ ਛਕਦੇ ਆ। ਆਪ ਭੁੱਖੇ ਸੋ ਜਾਣ ਪਰ ਦਰ ਤੇ ਆਏ ਨੂੰ ਕਿਸੇ ਨੂੰ ਭੁੱਖਾ ਨਹੀਂ ਸੀ ਮੋੜਦੇ, ਤੇ 24 ਘੰਟੇ ਨਾਮ 'ਚ ਲੀਨ ਰਹਿੰਦੇ ਆ। ਸਤਿਗੁਰੂ ਸੱਚੇ ਪਿਤਾ ਕਹਿੰਦੇ ਚੌਂ ਵਰਨਾ ਉਪਦੇਸ਼ ਦਾ, ਇਹ ਸੁਖਮਨੀ ਸਾਹਿਬ 'ਚ ਵੀ ਤੁਸੀਂ ਪੜੋਗੇ, ਬੀਜ ਮੰਤਰ ਸਰਬ ਕੋ ਗਿਆਨ, ਚੌਂ ਵਰਨਾ ਮੈਂ ਜਪੈ ਕਉ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ। ਗੁਰੂ ਸਾਹਿਬ ਕਹਿੰਦੇ ਕੋਈ ਜਪੇ ਭਾਈ ਸੱਚ ਏਵੇ, ਇਹ ਨਾਮ ਉਹਨਾਂ ਦੀ ਕਲਿਆਣਤਾ ਕਰ ਦਿੰਦਾ। ਸੱਚੇ ਪਿਤਾ ਜੀ ਦੇ ਪ੍ਰਥਾਏ ਇਹ ਅਸੀਂ ਜਦੋਂ ਪੜ੍ਹਦੇ ਪਏ ਹਾਂ, ਮਹਾਰਾਜ ਜੀ ਕਹਿੰਦੇ ਚੌਂ ਵਰਨਾ ਉਪਦੇਸ਼ ਦਾ, ਗਿਆਨ ਧਿਆਨ ਦੇ ਭਗਤ ਸਹੇਟਾ। ਹੁਣ ਅੱਗੇ ਇੱਕ ਸਾਖੀ ਸ਼ੁਰੂ ਹੋ ਜਾਣੀ ਆ ਇੱਥੋਂ। ਜਦੋਂ ਇਹਦੇ ਹੁਣ ਦੋ ਰਾਵਾਂ ਨੇ, ਕੁਝ ਕਹਿੰਦੇ ਆ ਕਿ ਭਗਤ ਜੀ ਆਪ ਗਏ ਨੇ, ਤੇ ਕੁਝ ਕਹਿੰਦੇ ਆ ਕਿ ਭਗਤ ਜੀ ਨੇ ਆਪਣਾ ਕਸੀਰਾ ਭੇਜਿਆ। ਹੁਣ ਭਾਈ ਜੀ ਕਹਿੰਦੇ ਨੇ ਕਿ ਨਾਵਣ ਆਇਆ ਸੰਗ ਮਿਲ, ਬਾਨਾਰਸ ਕਰ ਗੰਗਾ ਥੇਟਾ। ਇੱਕ ਵਾਰੀ ਹੋਇਆ ਕਿ ਸੰਗਤ ਜੀ ਕਹਿੰਦੇ ਆ ਬੜਾ ਵੱਡਾ ਨਾ ਹਿੰਦੂਆਂ ਵਿੱਚ ਇੱਕ ਪੁਰਬ ਅਭੀਜ ਦਾ ਮੇਲਾ ਲੱਗਦਾ, ਗੰਗਾ ਮਈਆ ਦੀ ਪੂਜਾ ਕੀਤੀ ਜਾਂਦੀ ਆ। ਗੰਗਾ ਜੀ ਨੂੰ ਸੁਗਾਤਾਂ ਦੇ ਕੇ ਨਾ ਉਹਨਾਂ ਕੋਲੋਂ ਬੜੀਆਂ ਕਾਮਨਾਵਾਂ ਕੀਤੀਆਂ ਜਾਂਦੀਆਂ ਕਿ ਸਾਨੂੰ ਇਹ ਦਿਓ ਉਹ ਦਿਓ। ਇਸੇ ਤਰ੍ਹਾਂ ਬਨਾਰਸ ਦੀ ਧਰਤੀ ਤੋਂ ਇੱਕ ਵੱਡਾ ਜੱਥਾ, ਉਸ ਸਮੇਂ ਆਗੂ ਜਿਹੜੇ ਬਿੱਪਰ ਸਨ, ਬ੍ਰਾਹਮਣ ਸਨ, ਉਹ ਜਾ ਰਹੇ ਸੀ ਗੰਗਾ ਨੂੰ ਉਸ ਮੇਲੇ ਦਾ ਲਾਹਾ ਲੈਣ ਦੇ ਲਈ, ਕੁਝ ਭੇਟਾਵਾਂ ਅਰਪਣ ਕਰਨ ਦੇ ਲਈ, ਕੁਝ ਮੰਨਤਾਂ ਮੰਗਣ ਲਈ। ਕਹਿੰਦੇ ਆ ਇੱਕ ਬ੍ਰਾਹਮਣ ਦਾ, ਇੱਕ ਪੰਡਤ ਦਾ ਨਾ ਜੋੜਾ ਟੁੱਟ ਗਿਆ। ਹੁਣ ਉਹਦੇ ਮਨ 'ਚ ਆਇਆ ਕਿ ਇੱਧਰੋਂ ਲੰਘਣਾ, ਰਵਿਦਾਸ ਜੀ ਕੋਲੋਂ ਗੰਢਾਨੇ ਜਾਂਦੇ ਆ। ਕਹਿੰਦੇ ਆ ਕਿ ਰਵਿਦਾਸ ਜੀ ਕੋਲ ਆਏ ਤੇ ਕਿੱਡੀ ਦੂਰੋਂ ਵਗਾ ਕੇ ਮਾਰੀ ਆਪਣੀ ਖੜਾਵ, ਕਹਿੰਦੇ ਇਹਨੂੰ ਗੰਢ ਦਿਓ। ਬਾਬਾ ਜੀ ਨੇ ਗੰਢ ਦਿੱਤੀ। ਕਹਿੰਦੇ ਆ ਕਿ ਉਹਨਾਂ ਨੇ ਨਾ ਇੱਕ ਸਿੱਕਾ ਕੱਢ ਕੇ ਦਿੱਤਾ ਬਾਬਾ ਜੀ ਨੂੰ, ਐ ਦੂਰੋਂ ਹੀ ਮਾਰਿਆ ਵਗਾ ਕੇ। ਬਾਬਾ ਜੀ ਕਹਿਣ ਲੱਗੇ ਚੱਲੇ ਕਿੱਥੇ ਹੋ? ਉਹ ਕਹਿੰਦੇ ਜੀ ਬੜਾ ਵੱਡਾ ਮੇਲਾ ਲੱਗਿਆ, ਗੰਗਾ ਦਾ ਭੀਤ ਦਾ ਪੁਰਬ ਦਾ ਸੀ, ਉੱਥੇ ਚੱਲੇ ਆ। ਹੁਣ ਬਾਬਾ ਜੀ ਕਹਿੰਦੇ ਇਦਾਂ ਕਰਿਓ, ਅਸੀਂ ਤੇ ਜਾ ਨਹੀਂ ਸਕਦੇ, ਆ ਸਾਡੇ ਕੋਲੋਂ ਨਾ ਇੱਕ ਕਸੀਰਾ ਲੈ ਜਾਓ, ਸਮਝਣ ਦੇ ਲਈ ਇੱਕ ਟਕਾ ਲੈ ਜਾਓ, ਤੇ ਤੁਸੀਂ ਜਾ ਕੇ ਗੰਗਾ ਨੂੰ ਸਾਡੇ ਵੱਲੋਂ ਵੀ ਭੇਟ ਕਰ ਦਿਓ, ਤੁਸੀਂ ਵੀ ਚੱਲਿਓ, ਸਾਡਾ ਵੀ ਕੁਝ ਭੇਟ ਹੋ ਜਾਊਗਾ। ਹੁਣ ਬਾਬਾ ਜੀ ਇੱਥੇ ਗੰਗਾ ਦੀ ਪੂਜਾ ਨਹੀਂ ਕਰਦੇ, ਕੁਝ ਸਮਝਾਉਣਾ ਚਾਹੁੰਦੇ ਆ, ਪਰ ਕਹਿੰਦੇ ਮੇਰੀ ਇੱਕ ਸ਼ਰਤ ਏ। ਉਹ ਸ਼ਰਤ ਕਿਹੜੀ ਆ? ਕਿ ਗੰਗਾ ਨੂੰ ਦਿਓ ਤਾਂ ਉਹਨੂੰ ਇਹ ਗੱਲ ਕਹਿ ਦਿਓ ਕਿ ਪ੍ਰਮਾਤਮਾ ਦੇ ਭਗਤ ਰਵਿਦਾਸ ਜੀ ਨੇ 10 ਨੂਹਾਂ ਦੀ ਮਿਹਨਤ ਕਿਰਤ ਕਮਾਈ ਵਿੱਚੋਂ ਕਸੀਰਾ ਭੇਜਿਆ, ਹੱਥ ਕੱਢ ਕੇ ਲੈ ਤਾਂ ਦਿਓ, ਜੇ ਹੱਥ ਕੱਢ ਕੇ ਨਾ ਲਵੇ ਫਿਰ ਵਾਪਸ ਲੈ ਆਇਓ। ਪੰਡਤ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਕਿ ਉੱਥੇ ਹੀਰੇ ਚੜ੍ਹਦੇ, ਲੋਕੀ ਉੱਥੇ ਸੋਨਾ ਦਾਨ ਕਰਦੇ, ਚਾਂਦੀ ਦਾਨ ਕਰਦੇ, ਲਾਲ ਦਾਨ ਕਰਦੇ, ਬੜੇ ਸ਼ਮਿਆਨੇ ਦਾਨ ਕਰਦੇ। ਅੱਜ ਤੱਕ ਤੇ ਇਦਾਂ ਹੋਇਆ ਨਹੀਂ ਕਿ ਪਰਮਾਤਮਾ ਪਾਣੀ ਵਿੱਚੋਂ ਹੱਥ ਕੱਢ ਕੇ ਕਿਸੇ ਦਾ ਟਕਾ ਮਨਜ਼ੂਰ ਕਰ ਲੇ। ਚਲੋ ਤੁਰ ਪਏ ਜੀ ਉਹ ਲੈ ਕੇ। ਮੇਲਾ ਲੱਗਿਆ ਸੀ, ਸਾਰਿਆਂ ਨੇ ਆਪੋ ਆਪਣਾ ਦਾਨ ਪੁੰਨ ਕੀਤਾ, ਤੇ
ਇਹ ਪੰਡਤ ਦੇ ਮਨ ਦੇ ਵਿੱਚ ਆ ਗਿਆ ਕਿ ਮੈਨੂੰ ਰਵਿਦਾਸ ਜੀ ਨੇ ਦਿੱਤਾ ਸੀ ਮਣਾ, ਮੈਂ ਇੱਕ ਵਾਰੀ ਕਰਕੇ ਵੇਖ ਲਾਂ। ਇਸ਼ਨਾਨ ਕੀਤਾ ਤੇ ਅਰਦਾਸ ਕਰਕੇ ਕਹਿਣ ਲੱਗੇ, ਐ ਗੰਗਾ, ਇੱਕ ਭਗਤ ਹੈ ਬਨਾਰਸ ਦੀ ਧਰਤੀ ਤੇ ਰਵਿਦਾਸ ਜੀ, ਉਹਨੇ ਇੱਕ ਕਸੀਰਾ ਭੇਜਿਆ ਸੀ ਤੇ ਇਹ ਕਿਹਾ ਸੀ ਕਿ ਤਾਂ ਦਿਓ ਜੇ ਉਹ ਆਪ ਹੱਥ ਕੱਢ ਕੇ ਪ੍ਰਵਾਨ ਕਰੇ। ਕਹਿੰਦੇ ਆ ਦੇਵੀ ਹਿੱਤ ਪ੍ਰਮਾਤਮਾ ਨੇ ਉੱਥੇ ਪ੍ਰਗਟ ਕੀਤੇ, ਆਵਾਜ਼ ਆਈ ਕਿ ਲਿਆਓ ਸਾਡੇ ਭਗਤ ਦਾ ਕਸੀਰਾ ਸਾਨੂੰ ਭੇਂਟ ਕਰੋ। ਉੱਥੇ ਵੱਡੇ ਵੱਡੇ ਰਾਜੇ ਵੀ ਆਏ ਸੀ, ਉੱਥੇ ਵੱਡੇ ਵੱਡੇ ਘਰਮ ਚੌਧਰੀ ਪੰਡਤ ਬ੍ਰਾਹਮਣ ਵੀ ਆਏ ਸੀ, ਹੋਰ ਬੜੀਆਂ ਰਿਆਸਤਾਂ ਦੇ ਉੱਥੇ ਲੋਕ ਸਨ। ਵੇਖ ਕੇ ਹੈਰਾਨ ਹੋ ਗਏ, ਸਾਡੇ ਕੀਮਤੀਆਂ ਸੁਗਾਤਾਂ ਨੂੰ ਅੱਜ ਤੱਕ ਇਦਾਂ ਰੱਬ ਜੀ ਨੇ ਕਹਿ ਲੋ ਗੰਗਾ ਨੇ ਭੇਟ ਨਹੀਂ ਕੀਤਾ, ਤੇ ਅੱਜ ਭਗਤ ਰਵਿਦਾਸ ਜੀ ਦਾ ਕਸੀਰਾ ਗੰਗਾ ਨੇ ਹੱਥ ਕੱਢ ਕੇ ਲੈ ਲਿਆ। ਇਹ ਭਗਤਾਂ ਦੀ ਵਡਿਆਈ ਰੱਬ ਕਰਾ ਰਿਹਾ। ਹੁਣ ਗੰਗਾ ਨੇ ਇੱਕ ਗੱਲ ਹੋਰ ਕਹੀ, ਕਹਿਣ ਲੱਗੀ ਕਿ ਉਹਨੇ ਸਾਨੂੰ ਕੁਝ ਭੇਜਿਆ, ਅਸੀਂ ਵੀ ਸਰਪਾਉ ਦੇ ਕੇ ਭੇਜਣਾ ਚਾਹੁੰਦੇ ਹਾਂ। ਉਹ ਗੰਗਾ ਨੇ ਨਾ ਜੀ ਕਹਿੰਦੇ ਇੱਕ ਸੋਨੇ ਦਾ ਬਹੁਤ ਬੇਸ਼ੁਮਾਰ ਮਹਿੰਗਾ ਕੀਮਤੀ ਕੰਗਣ, ਜਿਹਨੂੰ ਲੱਖਾਂ ਦੀ ਉੱਪਰ ਜੜਤ ਜੜੀ ਹੋਈ ਆ, ਉਹ ਦਿੱਤਾ। ਕਹਿੰਦੇ ਸਾਡੇ ਵੱਲੋਂ ਭਗਤ ਜੀ ਨੂੰ ਸਰੋਪਾ ਦੇ ਦਿਓ। ਹੁਣ ਇਸ ਸਾਖੀ ਵਿੱਚੋਂ ਇਹ ਗੱਲ ਲਓ ਕਿ ਜਦੋਂ ਤੁਸੀਂ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ, ਇਮਾਨਦਾਰੀ ਦੀ ਕਿਰਤ ਦੇ ਵਿੱਚੋਂ ਰੱਬ ਦੇ ਅੱਗੇ, ਗੁਰੂ ਦੇ ਅੱਗੇ ਕੁਝ ਭੇਟ ਕਰੋਗੇ ਤੇ ਮਹਾਰਾਜ ਦੋਵੇਂ ਹੱਥ ਬਾਹਾਂ ਖਿਲਾਰ ਕੇ ਤੁਹਾਡੀ ਭੇਟਾ ਕਬੂਲ ਕਰੂਗਾ। ਪਰ ਕਿਸੇ ਦਾ ਹੱਕ ਮਾਰ ਕੇ ਕਰੋੜਾਂ ਦਾਨ ਕਰਿਓ, ਲੋਕਾਂ ਦੀ ਵਾਹ ਖੱਟੋਗੇ, ਗੁਰੂ ਨੇ ਮਨਜ਼ੂਰ ਨਹੀਂ ਕਰਨਾ। ਸਤਿਗੁਰੂ ਪਿਤਾ ਮਹਾਰਾਜ ਦਾ ਇਹ ਕਰੜਾ ਸਿਧਾਂਤ ਹੈ ਕਿ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਇਸ ਘਰ ਉਤੇ ਆਵਾਜ਼ ਇਹ ਆਉਂਦੀ ਹੈ, ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੈ। ਇੱਥੋਂ ਇਹ ਆਵਾਜ਼ ਆਉਂਦੀ ਹੈ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣ ਐਸੇ। ਗੁਰੂ ਸਾਹਿਬ ਸੱਚੇ ਪਿਤਾ ਜੀ ਕਹਿੰਦੇ ਇਸ ਕਰਕੇ ਥੋੜੀ ਖਾਓ, ਇਮਾਨਦਾਰੀ ਦੀ ਖਾਓ ਕਿ ਉਹਦੇ ਵਿੱਚੋਂ ਦੁੱਖ ਰੋਗ ਕਲੇਸ਼ ਨਾ ਨਿਕਲਣ। ਸੋ ਖੈਰ ਕਹਿੰਦੇ ਆ ਕਿ ਜਦੋਂ ਇਹ ਕੰਗਣ ਲੈ ਕੇ ਮੁੜਦਾ ਹੋਵੇ ਨਾ ਤਾਂ ਮਨ ਬੇਈਮਾਨ ਹੋ ਗਿਆ ਪੰਡਿਤ ਦਾ। ਹੁਣ ਚਲੋ ਇਹ ਪਹਿਲਾਂ ਤੁਸੀਂ ਸੁਣਿਓ, ਕਹਿੰਦੇ ਜਿਹੜਾ ਸੀ ਬਾਬਾ ਜੀ ਨੇ ਸੌਂਪਿਆ ਨਾ, ਉਹ ਕੱਢ ਕਸੀਰਾ ਸੌਂਪਿਆ ਰਵਿਦਾਸ ਹੈ ਗੰਗਾ ਦੀ ਭੇਟਾ। ਹੁਣ ਗੰਗਾ ਦੀ ਭੇਟ ਕੀਤਾ। ਅੱਗੇ ਲਿਖਿਆ ਜੀ, ਲੱਗਾ ਪੁਰਬ ਅਪੀਚ ਦਾ, ਬਹੁਤ ਵੱਡਾ ਪੀਚ ਦਾ ਮੇਲਾ ਲੱਗਿਆ ਹੋਇਆ ਸੀ। ਡਿੱਠਾ ਚਲਤ ਅਚਰਜ ਅਮੇਟਾ। ਅੱਗੇ ਕਹਿੰਦੇ ਆ, ਲਿਆ ਕਸੀਰਾ ਹੱਥ ਕੱਢ, ਸੂਤ ਇੱਕ ਜਿਉ ਤਾਣਾ ਪੇਟਾ। ਕਿਉਂ ਲਿਆ? ਕਿਉਂਕਿ ਜਿਵੇਂ ਤਾਣਾ ਪੇਟਾ ਆਪਸ ਦੇ ਵਿੱਚ ਜੁੜੇ ਹੁੰਦੇ ਆ, ਰਵਿਦਾਸ ਜੀ ਭਗਵਾਨ ਦੇ ਵਿੱਚ ਇਸੇ ਤਰ੍ਹਾਂ ਜੁੜੇ ਹੋਏ ਸੀ। ਕਿਉਂ ਨਾ ਉਹਨਾਂ ਦੀਆਂ ਦਾਤਾਂ ਨੂੰ ਕਬੂਲ ਕਰਦੀ ਗੰਗਾ। ਭਗਤ ਜਨਾ ਹਰ ਮਾਂ ਪਿਓ ਬੇਟਾ, ਜਿਹੜੇ ਭਗਤ ਨੇ ਉਹ ਤਾਂ ਪਰਮਾਤਮਾ ਦੇ ਜਿਹੜੇ ਨੇ ਸੰਗਤ ਜੀ, ਉਹ ਧੀਆਂ ਪੁੱਤਰਾਂ ਵਾਂਗ ਹੁੰਦੇ ਆ। ਹੁਣ ਜਦੋਂ ਇਹ ਵਾਪਸ ਮੁੜਦਾ ਨਾ, ਪੰਡਿਤ ਕਹਿੰਦਾ ਹੁਣ ਇੱਧਰੋਂ ਨਹੀਂ ਲੰਘਣਾ, ਨਹੀਂ ਤੇ ਰਵਿਦਾਸ ਜੀ ਨੇ ਪੁੱਛ ਲੈਣਾ ਕਿ ਤੁਸੀਂ ਕਸੀਰਾ ਜਿਹੜਾ ਦਿੱਤਾ ਸੀ ਤੇ ਤੁਹਾਨੂੰ ਮਿਲਿਆ ਕੁਝ। ਮਨ ਬੇਈਮਾਨ ਹੋਇਆ, ਕੰਗਣ ਆਪਣੇ ਘਰੇ ਲੈ ਗਿਆ। ਘਰ ਵਾਲੀ ਨੂੰ ਕਹਿੰਦਾ ਮੈਨੂੰ ਕਿਸੇ ਮੱਥਾ ਟੇਕਣ ਵਾਲੇ ਜਜਮਾਨ ਨੇ ਭੇਂਟ ਕੀਤਾ। ਘਰ ਵਾਲੀ ਨੇ ਆਪਣੇ ਗੁੱਟ ਤੇ ਕੰਗਣ ਪਾ ਲਿਆ। ਹੁਣ ਬੀਬੀਆਂ ਨੂੰ ਆਦਤ ਹੁੰਦੀ ਨਾ, ਜਦੋਂ ਤੱਕ ਚਾਰਾਂ ਨੂੰ ਦੱਸ ਨਾ ਦਵੇ ਉਨੀ ਦੇਰ ਪਚਦੀ ਨਹੀਂ ਗੱਲ। ਹੁਣ ਆਂਢ ਗੁਆਂਢ 'ਚ ਦੱਸੇ ਜਾ ਕੇ ਬਾਰ-ਬਾਰ ਗੁੱਟ ਕੇ, ਆ ਵੇਖੋ ਮੇਰੇ ਘਰ ਵਾਲੇ ਨੂੰ ਕਿਸੇ ਨੇ ਪੰਡਿਤ ਅੱਜ ਦਾਨ 'ਚ ਦਿੱਤਾ ਤੇ ਕਿੰਨਾ ਸੋਹਣਾ। ਹੁਣ ਉਹ ਗਰੀਬ ਬਹੁਤ ਸੀ। ਹੁਣ ਇਹ ਗੱਲ ਪਹੁੰਚਦੀ ਕੋਤਵਾਲ ਤੱਕ ਪਹੁੰਚ ਗਈ, ਉਸ ਇਲਾਕੇ ਦੇ, ਕਿ ਇੱਕ ਗਰੀਬ ਬ੍ਰਾਹਮਣ ਕੋਲ ਐਡਾ ਕੀਮਤੀ ਕੰਗਣ ਕਿੱਥੋਂ ਆ ਗਿਆ। ਉਹਨੇ ਆਪਣੀ ਘਰਵਾਲੀ ਨੂੰ ਪਵਾਇਆ। ਕਹਿੰਦੇ ਆ ਗੱਲ ਰਾਜੇ ਤੱਕ ਪਹੁੰਚੀ। ਪੰਡਿਤ ਨੂੰ ਤੇ ਉਹਦੀ ਘਰਵਾਲੀ ਨੂੰ ਬੁਲਾ ਲਿਆ ਰਾਜੇ ਨੇ। ਕਹਿੰਦੇ ਸੱਚ ਦੱਸੋ, ਇਹ ਬਹੁਤ ਕੀਮਤੀ ਤੇ ਬਹੁਤ ਸੋਹਣਾ ਹੈ ਤੇ ਇਵੇਂ ਲੱਗਦਾ ਜਿਵੇਂ ਦੁਨੀਆ ਦਾ ਸੁਨਿਆਰਾ ਨਹੀਂ ਇਹਨੂੰ ਘੜ ਸਕਦਾ। ਤੁਸੀਂ ਕਿੱਥੋਂ ਲਿਆ? ਉਹ ਕਹਿਣ ਲੱਗੇ ਜੀ ਸਾਨੂੰ ਕਿਸੇ ਜਜਮਾਨ ਨੇ ਭੇਂਟ ਕੀਤਾ। ਰਾਜੇ ਨੇ ਅਜੇ ਤੇ ਕੁਝ ਨਹੀਂ ਕਿਹਾ। ਉਹ ਕਹਿੰਦਾ ਇਹ ਮੇਰੀ ਰਾਣੀ ਨੂੰ ਪਸੰਦ ਆ ਗਿਆ, ਇਹਦੇ ਵੱਟੇ ਜੋ ਚਾਹੀਦਾ ਤੁਹਾਨੂੰ ਮੈਂ ਦੇ ਦਿੰਦਾ। ਕਹਿੰਦੇ ਆ ਬਹੁਤ ਪੈਸਾ ਦਿੱਤਾ, ਮਹੱਲ ਬਣਾ ਕੇ ਦਿੱਤਾ ਤੇ ਉਹ ਕੰਗਣ ਰਾਣੀ ਨੇ ਲੈ ਲਿਆ। ਹੁਣ ਉਹ ਕੰਗਣ ਰਾਣੀ ਨੇ ਨਾ ਆਪਣੇ ਇੱਕ ਗੁੱਟ 'ਚ ਪਾਇਆ ਤੇ ਗੁੱਟ 'ਚ ਪਾ ਕੇ ਉਹ ਵੀ ਆਪਣੀਆਂ ਸਖੀਆਂ ਨਾਲ ਕਿਤੇ ਬਾਗ ਦੇ ਵਿੱਚ ਘੁੰਮਣ ਗਈ ਤੇ ਸਖੀਆਂ ਨੇ ਨਾ ਮਜ਼ਾਕ 'ਚ ਗੱਲ ਕਹਿਤੀ। ਕਹਿਣ ਲੱਗੀ ਇੱਕ ਗੁੱਟ ਤੇ ਪਾਇਆ ਕਿਤੇ ਦੂਜੇ ਤੇ ਵੀ ਹੁੰਦਾ ਤੇ ਬੜਾ ਸੋਹਣਾ ਲੱਗਣਾ ਸੀ। ਆਮ ਜਿਵੇਂ ਬੰਦਾ ਕਹਿ ਦਿੰਦਾ। ਹੁਣ ਉਹਦੇ ਮਨ 'ਚੋਂ ਗੱਲ ਪੈ ਗਈ। ਉਹਨੇ ਜਾ ਕੇ ਰਾਜੇ ਨੂੰ ਫੇਰ ਘੇਰ ਲਿਆ। ਉਹ ਕਹਿਣ ਲੱਗੀ ਰਾਜਨ ਮੈਨੂੰ ਇਹਦੇ ਨਾਲ ਦਾ ਦੂਜਾ ਵੀ ਚਾਹੀਦਾ, ਇੱਦਾਂ ਮੈਨੂੰ ਮੇਰੀ ਗੱਲ ਨਹੀਂ ਬਣਦੀ। ਤੇ ਉਹਨੇ ਫਿਰ ਪੰਡਿਤ ਨੂੰ ਸੱਦ ਲਿਆ। ਉਹ ਕਹਿਣ ਲੱਗੇ ਕਿ ਇਹਦੇ ਨਾਲ ਦਾ ਇੱਕ ਕੰਗਣ ਹੋਰ ਤਿਆਰ ਕਰੋ, ਜਿੰਨਾ ਪੈਸਾ ਲੱਗਦਾ ਰਾਜਾ ਤੁਹਾਨੂੰ ਦਊਗਾ। ਹੁਣ ਪੰਡਿਤ ਇੱਥੇ ਕਸੂਤਾ ਫਸ ਗਿਆ। ਉਹਨੂੰ ਪਤਾ ਸੀ ਇਹ ਤੇ ਹੈ ਹੀ ਭਗਤ ਰਵਿਦਾਸ ਜੀ ਦਾ, ਇਹ ਤੇ ਦਿੱਤਾ ਗੰਗਾ ਨੇ ਸੀ, ਮੈਂ ਤੇ ਬੇਈਮਾਨੀ ਲਾਲਚ ਕਰਕੇ ਹੀ ਫਸ ਗਿਆ।
ਤੇ ਇਦਾਂ ਦੀ ਇੱਕ ਉਦਾਹਰਨ ਹੋਰ ਮਿਲਦੀ ਧਾਰਮਿਕ ਗ੍ਰੰਥਾਂ 'ਚੋਂ। ਕਹਿੰਦੇ ਇੱਕ ਵਾਰੀ ਇੱਕ ਭਗਤ ਨੇ ਬੜੀ ਰੱਬ ਦੀ ਭਗਤੀ ਕੀਤੀ ਤੇ ਭਗਤੀ ਕਰਕੇ ਰੱਬ ਜੀ ਕਹਿੰਦੇ ਤੂੰ ਮੰਗ ਕੀ ਮੰਗਦਾ? ਕਹਿੰਦਾ ਮੈਨੂੰ ਇਹ ਦਿਓ ਕਿ ਮੈਂ ਜਿਹੜੀ ਸ਼ੈ ਨੂੰ ਹੱਥ ਲਾਵਾਂ ਉਹ ਸੋਨਾ ਬਣ ਜੇ। ਤੇ ਪ੍ਰਮਾਤਮਾ ਕਹਿਣ ਲੱਗਾ ਤੇ ਕੋਈ ਗੱਲ ਨਹੀਂ। ਉਹ ਪ੍ਰਮਾਤਮਾ ਨੇ ਮਨਜ਼ੂਰ ਕਰ ਲਈ ਉਹਦੀ ਬੇਨਤੀ। ਹੁਣ ਘਰੇ ਆਇਆ, ਜਿਸ ਮੰਜੇ ਤੇ ਸੁੱਤਾ ਹੱਥ ਲੱਗੇ ਉਹ ਮੰਜਾ ਵੀ ਸੋਨੇ ਦਾ ਬਣ ਗਿਆ। ਧਿਆਨ ਨਾਲ ਸੁਣਿਓ, ਜਦੋਂ ਲੱਗੀ ਪਿਆਸ ਤੇ ਪਾਣੀ ਦਾ ਗਲਾਸ ਫੜਿਆ ਉਹ ਵੀ ਸੋਨੇ ਦਾ ਬਣ ਗਿਆ। ਹੁਣ ਪਿਆਸਾ ਮਰੇ ਬਣ ਕੀ ਗਿਆ ਮੇਰੇ ਨਾਲ। ਸੇਬ ਲੱਗਾ ਖਾਣਾ, ਹੱਥ ਲਾਇਆ ਉਹ ਵੀ ਸੋਨੇ ਦਾ ਬਣ ਗਿਆ। ਧੀ ਆਈ, ਉਹ ਕਹਿਣ ਲੱਗੀ ਵਿਆਕੁਲ ਬੜੇ ਆ, ਤੇ ਜਦੋਂ ਧੀ ਦੇ ਮੋਢੇ ਤੇ ਹੱਥ ਰੱਖਿਆ ਧੀ ਸੋਨੇ ਦੀ ਬਣ ਗਈ। ਫਿਰ ਚੌਂਕੜਾ ਮਾਰ ਕੇ ਕਹਿੰਦਾ ਰੱਬਾ ਆਪਣਾ ਵਰਦਾਨ ਵਾਪਸ ਲੈ ਲੈ, ਮੈਂ ਸੋਨਾ ਤੇ ਮੰਗ ਲਿਆ ਪਰ ਖਾ ਹੀ ਕੁਝ ਨਹੀਂ ਪਾ ਰਿਹਾ। ਭਾਵ ਕਿ ਬੰਦੇ ਨੂੰ ਮੰਗਣ ਲੱਗਿਆ ਥੋੜਾ ਜਿਹਾ ਇਹ ਵੇਖਣਾ ਚਾਹੀਦਾ ਕਿ ਅਸੀਂ ਮੰਗ ਕੀ ਰਹੇ ਹਾਂ ਰੱਬ ਦੇ ਕੋਲੋਂ। ਕਈ ਵਾਰੀ ਮਾਇਆ ਇਦਾਂ ਹੀ ਸਿਰ ਤੇ ਚੜ ਜਾਂਦੀ ਆ। ਸੋ ਇਹਦੇ ਨਾਲ ਇਦਾਂ ਹੋਇਆ। ਹੁਣ ਜਦੋਂ ਰਾਜਨ ਨੂੰ ਕਹਿਣ ਲੱਗਾ ਜੀ ਮੇਰੇ ਹੱਥ ਵਸ ਕੁਝ ਨਹੀਂ, ਰਾਜਾ ਕਹਿਣ ਲੱਗਾ 8 ਦਿਨ ਦੀ ਮੁੱਲ ਦਿੰਨੇ ਆ, ਨਹੀਂ ਤੇ ਪੂਰਾ ਪਰਿਵਾਰ ਕੋਲੂ ਚ ਪੀੜ ਕੇ ਮਾਰ ਦਿਆਂਗੇ ਜੇ ਤੁਸੀਂ ਕੰਗਨ ਨਾ ਭੇਟ ਕੀਤਾ। ਸੰਗਤ ਜੀ ਹੁਣ ਇਹ ਪੰਡਤ ਆਪਣੀ ਘਰਵਾਲੀ ਨੂੰ ਲੈ ਕੇ ਭਗਤ ਰਵਿਦਾਸ ਜੀ ਕੋਲ ਪਹੁੰਚਿਆ, ਚਰਨਾਂ ਤੇ ਡਿੱਗ ਕੇ ਲੱਗਾ ਭੁੱਬਾ ਮਾਰ ਕੇ ਰੋਣ। ਕਹਿਣ ਲੱਗਾ ਤੁਸੀਂ ਕਸੀਰਾ ਦਿੱਤਾ ਸੀ ਤੇ ਤੁਹਾਡੇ ਲਈ ਗੰਗਾ ਨੇ ਇੱਕ ਬਹੁਤ ਬੇਸ਼ੁਮਾਰ ਕੀਮਤੀ ਕੰਗਣ ਦੇ ਕੇ ਭੇਜਿਆ। ਫਿਰ ਕਹਿਣ ਲੱਗੇ ਉਹ ਕੰਗਣ ਮੇਰਾ ਮਨ ਬੇਈਮਾਨ ਹੋਇਆ, ਮੈਂ ਰੱਖ ਲਿਆ, ਮੇਰੀ ਘਰਵਾਲੀ ਨੇ ਪਾਇਆ, ਰਾਣੀ ਤੱਕ ਪਹੁੰਚਿਆ। ਹੁਣ ਰਾਜਾ ਕਹਿੰਦਾ ਦੂਜਾ ਦਓਗੇ ਤੇ ਜਾਨ ਬਖਸ਼ਾਂਗਾ, ਨਹੀਂ ਤੇ ਤੁਹਾਨੂੰ ਮਾਰ ਮੁਕਾਵਾਂਗਾ। ਸੰਗਤ ਜੀ ਭਗਤ ਜੀ ਕਹਿੰਦੇ ਰਾਜੇ ਨੂੰ ਕੱਲ ਲੈ ਕੇ ਆਇਓ ਸਾਡੇ ਕੋਲ। ਰਾਜਾ ਆਇਆ, ਲਓ ਲਸ਼ਕਰ ਨਾਲ, ਉਹਦੀਆਂ ਸੈਨਾ ਫੌਜਾਂ, ਰਾਣੀ ਆਈ, ਉੱਚੇ ਉੱਚੇ ਘਰਾਣੇ ਦੇ। ਫਿਰ ਜਿਹੜੇ ਬ੍ਰਾਹਮਣ ਸੀ ਪੰਡਤ ਇਕੱਠੇ ਹੋ ਗਏ। ਭਗਤ ਉਹਨੇ ਪੰਡਤ ਨੇ ਨਾ ਸਾਰੀ ਗੱਲ ਦੱਸਤੀ। ਕਹਿੰਦੀ ਰਾਜਨ ਅਸਲ 'ਚੋਂ ਮੇਰਾ ਨਹੀਂ ਸੀ ਉਹ ਕੰਗਣ, ਤਾਂ ਇਹਨਾਂ ਦਾ ਸੀ ਤੇ ਗੰਗਾ ਮਈਆ ਨੇ ਭੇਂਟ ਕੀਤਾ ਸੀ ਇਹਨਾਂ ਨੂੰ, ਮੈਂ ਬੇਈਮਾਨ ਹੋ ਕੇ ਕੋਲ ਰੱਖ ਲਿਆ। ਹੁਣ ਭਗਤ ਜੀ ਨੇ ਇੱਕ ਗੱਲ ਕਹੀ, ਕਹਿੰਦੇ ਰਾਜਨ ਇਹਨਾਂ ਨੂੰ ਕੁਝ ਨਾ ਕਿਉਂ, ਇਹਨਾਂ ਨੇ ਆਪਣੀ ਗਲਤੀ ਮੰਨ ਲਈ ਆ, ਤੁਹਾਨੂੰ ਕੰਗਣ ਚਾਹੀਦਾ। ਸੰਗਤ ਜੀ ਦੇਖੋ ਇਹ ਬੰਦਗੀ ਦੀਆਂ ਕਰਾਮਾਤਾਂ। ਕਹਿੰਦੇ ਜਿਸ ਸਿਲ ਤੇ ਰੱਖ ਕੇ ਜੁੱਤੀਆਂ ਗੰਢਦੇ ਹੁੰਦੇ ਸੀ ਨਾ ਜਿਹੜੇ ਆਪਣੇ ਬਾਬਾ ਜੀ, ਕਹਿੰਦੇ ਉਸ ਸਿਲ ਨੂੰ ਪਰੇ ਕੀਤਾ ਤੇ ਥੱਲੇ ਗੰਗਾ ਵਗਦੀ ਦਿਖੀ। ਰਾਜਿਆਂ ਨੂੰ ਵੀ ਪੰਡਤਾਂ ਨੂੰ ਵੀ ਸਾਰਿਆਂ ਨੂੰ, ਤੇ ਕੱਲੀ ਗੰਗਾ ਨਹੀਂ ਸੀ ਦਿਸੀ, ਹਜ਼ਾਰਾਂ ਕੰਗਣ ਉਹਦੇ ਵਰਗੇ ਰੁੜਦੇ ਦਿਸੇ। ਤੇ ਭਗਤ ਜੀ ਕਹਿੰਦੇ ਇੱਕ ਕੱਢ ਲੋ ਇਹਦੇ ਵਰਗਾ। ਇਹ ਕਰਾਮਾਤਾਂ ਤੇ ਸੱਚੀ ਕੱਢਿਆ ਗਿਆ ਕੰਗਣ, ਉਹ ਦਿੱਤਾ ਗਿਆ ਰਾਜੇ ਨੂੰ। ਤੇ ਰਾਜੇ ਨੇ ਹਾਥੀ ਤੇ ਚਾੜ ਕੇ ਸਿਜਦਾ ਕਰਕੇ ਤੇ ਪੂਰੇ ਬਨਾਰਸ ਦੇ ਵਿੱਚ ਝਾਕੀ ਕੱਢ ਕੇ ਭਗਤ ਜੀ ਦਾ ਸਤਿਕਾਰ ਕੀਤਾ ਸੀ। ਓਏ ਇਹਨੂੰ ਇਹ ਨਾ ਕੋਈ ਚਮਿਆਰ ਜਾਤ ਵਿੱਚੋਂ, ਇਹ ਰੱਬ ਦੇ ਨਾਲ ਓਤ-ਪੋਤ ਹੋਇਆ। ਗੰਗਾ ਵੀ ਇਹਦੇ ਚਰਨਾਂ ਵਿੱਚ ਆ ਕੇ ਮੱਥੇ ਟੇਕਦੀ ਪਈ ਆ। ਇਹ ਹੈ ਭਗਤਾਂ ਦੀਆਂ ਵਡਿਆਈਆਂ ਜਿਨ੍ਹਾਂ ਨੂੰ ਆਪਾਂ ਪਿਆਰ ਕਰੀਏ, ਹਿਰਦੇ ਤੋਂ ਪਿਆਰ ਕਰੀਏ। ਸੋ ਇੱਥੇ